ਸੁਲਤਾਨ ਮਲਟੀਮੀਡੀਆ 786 ਚੈਨਲ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਲੱਕੜਹਾਰੇ ਤੇ ਇੱਕ ਖੋਪੜੀ ਦੀ ਕਹਾਣੀ ਦੱਸਾਂਗੇ। ਜਦੋਂ ਵੀ ਤੁਸੀਂ ਕਿਤੇ ਉਦਾਸ ਹੋਵੋ, ਮਨ ਪਰੇਸ਼ਾਨ ਹੋਵੇ, ਉਦੋਂ ਤੁਸੀਂ ਇਹ ਵੀਡੀਓ ਦੇਖ ਲਿਆ ਕਰਿਓ। ਤੁਹਾਡੇ ਮਨ ਨੂੰ ਬਹੁਤ ਜ਼ਿਆਦਾ ਸਕੂਨ ਮਿਲੇਗਾ। ਸੋ ਆਓ ਅੱਜ ਦੀ ਕਹਾਣੀ ਵੱਲ ਚੱਲਦੇ ਹਾਂ। ਇੱਕ ਰਿਆਸਤ ਦੇ ਵਿੱਚ ਇੱਕ ਆਦਮੀ ਰਿਹਾ ਕਰਦਾ ਸੀ ਜਿਹਦੀ ਇੱਕ ਬਹੁਤ ਗੰਦੀ ਆਦਤ ਸੀ। ਉਹ ਹਰ ਸਮੇਂ ਝੂਠ ਬੋਲਿਆ ਕਰਦਾ ਸੀ। ਉਹ ਬਿਨਾਂ ਗੱਲ ਤੋਂ ਹੀ ਦੂਸਰਿਆਂ ਦੇ ਕੰਮਾਂ ਦੇ ਵਿੱਚ ਅੜਿੱਕੇ ਪਾਉਣ ਲੱਗ ਪੈਂਦਾ ਸੀ। ਗੱਲ-ਗੱਲ ਤੇ ਝੂਠ ਬੋਲਦਾ ਸੀ। ਇਹ ਬੜੀ ਭੈੜੀ ਆਦਤ ਸੀ ਉਹਨੂੰ। ਇੱਕ ਦਿਨ ਉਹਨੇ ਦੇਖਿਆ ਕਿ ਉਹਦੇ ਪਿੰਡ ਦੇ ਵਿੱਚ ਇੱਕ ਕਿਸਾਨ ਤੇ ਉਹਦੇ ਹਮਸਾਏ ਦੇ ਵਿੱਚ ਝਗੜਾ ਹੋ ਰਿਹਾ ਸੀ। ਉਹ ਇਨਸਾਨ ਉੱਥੇ ਪਹੁੰਚ ਗਿਆ। ਉਹਨੇ ਆਪਣੀ ਕਾਲੀ ਜ਼ੁਬਾਨ ਦੇ ਨਾਲ ਉਹਨਾਂ ਦੀ ਲੜਾਈ ਨੂੰ ਹੋਰ ਹਵਾ ਦੇ ਦਿੱਤੀ। ਉਹ ਬੋਲਦੇ ਬੋਲਦੇ ਗੱਲ ਇੱਥੋਂ ਤੱਕ ਵੱਧ ਗਈ ਕਿ ਉਹ ਹਾਥਾਪਾਈ ਤੇ ਆ ਗਏ। ਉਹ ਇੱਕ ਦੂਜੇ ਨੂੰ ਮਾਰਨ ਲੱਗ ਪਏ। ਜਦੋਂ ਗੱਲ ਹੱਦੋਂ ਜ਼ਿਆਦਾ ਵੱਧ ਗਈ ਤਾਂ ਉੱਥੇ ਦੇ ਨਜ਼ਦੀਕ ਦੇ ਹੋਰ ਲੋਕ ਉੱਥੇ ਇਕੱਠੇ ਹੋਏ ਤੇ ਉਹਨੇ ਇਹੀ ਸਲਾਹ ਦਿੱਤੀ ਕਿ ਇਹ ਮਸਲਾ ਹੁਣ ਬਾਦਸ਼ਾਹ ਦੇ ਕੋਲ ਲੈ ਕੇ ਜਾਣਾ ਪਵੇਗਾ। ਇੱਕ ਬਾਦਸ਼ਾਹ, ਇੱਕ ਰਾਜਾ ਹੀ ਇਹਦਾ ਹੱਲ ਕਰੇਗਾ। ਉਹ ਦੋਨੇ ਲੜਨੇ ਵਾਲੇ ਤੇ ਉਹ ਝੂਠ ਬੋਲਣ ਵਾਲਾ ਇਨਸਾਨ ਤਿੰਨੇ ਹੀ ਬਾਦਸ਼ਾਹ ਦੇ ਸਾਹਮਣੇ ਪੇਸ਼ ਹੋਏ। ਜਿਸ ਬਾਦਸ਼ਾਹ ਦੇ ਕੋਲ ਉਹ ਪੇਸ਼ ਹੋਏ ਸੀ, ਉਹ ਬਾਦਸ਼ਾਹ ਬੜਾ ਹੀ ਸਮਝਦਾਰ ਸੀ। ਉਸ ਬਾਦਸ਼ਾਹ ਨੇ ਉਹ ਦੋਨਾਂ ਲੜਨੇ ਵਾਲੇ ਕਿਸਾਨ ਤੇ ਉਹਦੇ ਹਮਸਾਏ ਦੀ ਗੱਲ ਸੁਣੀ ਤੇ ਫਿਰ ਉਸ ਝੂਠੇ ਆਦਮੀ ਨੂੰ ਕਿਹਾ ਕਿ ਤੂੰ ਵੀ ਆਪਣੀ ਸਾਰੀ ਗੱਲਬਾਤ ਰੱਖ, ਤੈਨੂੰ ਵੀ ਪੂਰਾ ਹੱਕ ਆ ਆਪਣੀ ਪੂਰੀ ਗੱਲ ਦੱਸਣੇ ਦਾ। ਆਪਣੀ ਆਦਤ ਤੇ ਮਜਬੂਰ ਉਸ ਝੂਠੇ ਆਦਮੀ ਨੇ ਕੋਲੋਂ ਹੀ ਗੱਲਾਂ ਲਾ ਕੇ ਬਹੁਤ ਜ਼ਿਆਦਾ ਗੱਲਾਂ ਵਾਧੂ ਹੀ ਦੱਸ ਦਿੱਤੀਆਂ ਤੇ ਉਹ ਆਪਣੀਆਂ ਗੱਲਾਂ ਦੇ ਵਿੱਚ ਸਿਰਫ ਝੂਠ ਹੀ ਬੋਲ ਰਿਹਾ ਸੀ। ਉਹ ਬਾਦਸ਼ਾਹ ਬੜਾ ਸਮਝਦਾਰ ਸੀ। ਉਹਨੂੰ ਸਮਝ ਆ ਗਿਆ ਕਿ ਇਹਦੀਆਂ ਗੱਲਾਂ ਦੇ ਵਿੱਚ ਬਹੁਤ ਜ਼ਿਆਦਾ ਝੋਲ ਆ, ਇਹ ਝੂਠ ਬੋਲ ਰਿਹਾ ਹੈ। ਬਾਦਸ਼ਾਹ ਨੇ ਉਹਨੂੰ ਇੱਕ ਹੋਰ ਮੌਕਾ ਦਿੱਤਾ ਤੇ ਬਾਦਸ਼ਾਹ ਕਹਿਣ ਲੱਗਾ ਕਿ ਜੇਕਰ ਤੂੰ ਹੁਣ ਝੂਠ ਬੋਲਿਆ ਤਾਂ ਮੈਂ ਤੇਰੀ ਧੌਣ ਤੇਰੇ ਧੜ ਤੋਂ ਅਲੱਗ ਕਰ ਦੇਵਾਂਗਾ। ਬਾਦਸ਼ਾਹ ਦੀ ਗੱਲ ਸੁਣ ਕੇ ਉਹ ਆਦਮੀ ਘਬਰਾ ਤਾਂ ਗਿਆ, ਪਰ ਆਪਣੀ ਆਦਤ ਤੋਂ ਮਜਬੂਰ ਉਹਨੇ ਹਰ ਗੱਲ ਨੂੰ ਵਧਾ ਚੜਾ ਕੇ ਹੀ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ। ਪਰ ਜਦੋਂ ਉਹ ਝੂਠਾ ਆਦਮੀ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਇਆ, ਬਾਦਸ਼ਾਹ ਆਪਣੀ ਤੈਸ਼ ਵਿੱਚ ਆ ਗਿਆ, ਗੁੱਸੇ ਦੇ ਵਿੱਚ ਆ ਗਿਆ ਤੇ ਉਹਨੇ ਸਿਪਾਹੀਆਂ ਨੂੰ ਹੁਕਮ ਦੇ ਦਿੱਤਾ ਕਿ ਇਸ ਝੂਠੇ ਆਦਮੀ ਦਾ ਸਿਰ ਧੜ ਤੋਂ ਅਲੱਗ ਕਰਕੇ ਇਹਨੂੰ ਜੰਗਲਾਂ ਦੇ ਵਿੱਚ ਸਿੱਟ ਆਵੋ। ਸਿਪਾਹੀਆਂ ਨੇ ਉਸੇ ਤਰ੍ਹਾਂ ਹੀ ਕੀਤਾ। ਉਸ ਝੂਠੇ ਇਨਸਾਨ ਨੂੰ ਮਾਰ ਕੇ ਜੰਗਲ ਵਿੱਚ ਸੁੱਟ ਦਿੱਤਾ ਤੇ ਉਹ ਕਿਸਾਨ ਤੇ ਉਹਦੇ ਹਮਸਾਏ ਦਾ ਕੇਸ ਵੀ ਬੜੀ ਸੂਝ-ਬੂਝ ਦੇ ਨਾਲ ਸੁਲਝਾ ਦਿੱਤਾ। ਇਸ ਗੱਲ ਨੂੰ ਕਾਫੀ ਸਮਾਂ ਗੁਜ਼ਰ ਗਿਆ। ਕਾਫੀ ਸਮੇਂ ਦੇ ਬਾਅਦ ਉਸੇ ਜੰਗਲ ਦੇ ਵਿੱਚ ਇੱਕ ਲੱਕੜਹਾਰਾ ਲੱਕੜੀਆਂ ਕੱਟ ਰਿਹਾ ਸੀ। ਲੱਕੜੀਆਂ ਕੱਟਦੇ ਉਸ ਲੱਕੜਹਾਰੇ ਦੇ ਕੰਨਾਂ ਦੇ ਵਿੱਚ ਕੁਝ ਅਜੀਬ ਗੱਲਾਂ ਪਈਆਂ। ਉਹ ਇਹ ਸੁਣ ਕੇ ਬੜਾ ਹੈਰਾਨ ਹੋਇਆ। ਉਹਨੇ ਆਲੇ ਦੁਆਲੇ ਦੇਖਿਆ ਪਰ ਉਹਨੂੰ ਕੁਝ ਨਜ਼ਰ ਨਹੀਂ ਆਇਆ। ਪਰ ਉਹ ਹੈਰਾਨ ਹੋ ਰਿਹਾ ਸੀ ਕਿ ਇਹ ਆਵਾਜ਼ ਮੈਨੂੰ ਕਿੱਥੋਂ ਆ ਰਹੀ ਆ। ਜਦੋਂ ਉਹਨੇ ਬੜੇ ਧਿਆਨ ਦੇ ਨਾਲ ਦੇਖਿਆ ਤਾਂ ਉਹਨੂੰ ਦੂਰ ਇੱਕ ਖੋਪੜੀ ਪਈ ਨਜ਼ਰ ਆਈ। ਲੱਕੜਹਾਰਾ ਇਹ ਦੇਖ ਕੇ ਬੜਾ ਹੈਰਾਨ ਹੋਇਆ। ਉਹਨੂੰ ਯਕੀਨ ਵੀ ਨਹੀਂ ਹੋਇਆ। ਜਦੋਂ ਦੂਸਰੀ ਵਾਰ ਉਹ ਖੋਪੜੀ ਬੋਲੀ ਤਾਂ ਉਹ ਲੱਕੜਹਾਰਾ ਘਬਰਾ ਗਿਆ, ਹੈਰਾਨ ਹੋਇਆ ਤੇ ਉੱਥੋਂ ਭੱਜ ਗਿਆ। ਪਿੰਡ ਆ ਕੇ ਉਹਨੇ ਬਾਕੀ ਲੋਕਾਂ ਨੂੰ ਉਹ ਸਾਰੀ ਗੱਲਬਾਤ ਦੱਸੀ ਜੋ ਜੰਗਲ ਦੇ ਵਿੱਚ ਹੋਈ ਸੀ। ਪਰ ਲੋਕਾਂ ਨੇ ਉਹਦੀ ਗੱਲ ਤੇ ਯਕੀਨ ਨਹੀਂ ਕੀਤਾ। ਉਹਨੇ ਬੜਾ ਸਮਝਾਇਆ ਪਰ ਲੋਕ ਨਹੀਂ ਮੰਨੇ। ਫਿਰ ਉਹਨੇ ਸੋਚਿਆ ਕਿ ਕਿਉਂ ਨਾ ਇਹ ਗੱਲ ਬਾਦਸ਼ਾਹ ਨੂੰ ਦੱਸੀ ਜਾਵੇ ਤੇ ਉਹਨਾਂ ਤੋਂ ਇਨਾਮ ਲਿਆ ਜਾਵੇ। ਉਹ ਲੱਕੜਹਾਰਾ ਬਾਦਸ਼ਾਹ ਦੇ ਸਾਹਮਣੇ ਪੇਸ਼ ਹੋਇਆ ਤੇ ਜਾ ਕੇ ਬਾਦਸ਼ਾਹ ਨੂੰ ਦੱਸਿਆ ਕਿ ਜਨਾਬ, ਮੈਂ ਜੰਗਲ ਦੇ ਵਿੱਚ ਲੱਕੜੀਆਂ ਕੱਟ ਰਿਹਾ ਸੀ ਕਿ ਮੈਨੂੰ ਦੂਰ ਇੱਕ ਐਸੀ ਖੋਪੜੀ ਦਿਸੀ ਆ ਜਿਹੜੀ ਕਿ ਬੋਲ ਸਕਦੀ ਆ, ਗੱਲਾਂ ਕਰ ਸਕਦੀ ਆ। ਮੈਂ ਉਸ ਖੋਪੜੀ ਨੂੰ ਆਪ ਬੋਲਦੇ ਹੋਏ ਸੁਣਿਆ। ਮੈਂ ਖੋਪੜੀ ਨੂੰ ਬੋਲਦੇ ਹੋਏ ਦੇਖ ਕੇ ਘਬਰਾ ਗਿਆ ਤੇ ਉੱਥੋਂ ਭੱਜ ਕੇ ਵਾਪਸ ਆ ਗਿਆ। ਰਾਜੇ ਨੇ ਜਦ ਉਸ ਆਦਮੀ ਦੀ ਗੱਲ ਸੁਣੀ ਤਾਂ ਰਾਜੇ ਨੂੰ ਵੀ ਪਹਿਲਾਂ ਤਾਂ ਯਕੀਨ ਨਹੀਂ ਹੋਇਆ। ਰਾਜਾ ਵੀ ਹੈਰਾਨ ਹੋਇਆ। ਤਾਂ ਰਾਜੇ ਨੇ ਕਿਹਾ, ਜੇਕਰ ਤੇਰੀ ਇਹ ਗੱਲ ਝੂਠ ਨਿਕਲੀ ਤਾਂ ਤੈਨੂੰ ਸਜ਼ਾਏ ਮੌਤ ਦਿੱਤੀ ਜਾਵੇਗੀ। ਫਿਰ ਰਾਜੇ ਨੇ 2 ਸਿਪਾਹੀ ਬੁਲਾਏ ਤੇ ਕਿਹਾ ਕਿ ਇਸ ਆਦਮੀ ਦੇ ਨਾਲ ਜਾਓ ਤੇ ਜੰਗਲ ਵਿੱਚ ਜਾ ਕੇ ਦੇਖੋ ਕਿ ਉਹ ਖੋਪੜੀ ਸੱਚਮੁੱਚ ਉੱਥੇ ਹੈ। ਜੇ ਹੈ ਤਾਂ ਦੇਖਿਓ ਕਿ ਉਹ ਬੋਲ ਸਕਦੀ ਆ, ਗੱਲਾਂ ਕਰ ਸਕਦੀ ਆ। 2 ਸਿਪਾਹੀ ਤੇ ਉਹ ਲੱਕੜਹਾਰਾ ਤਿੰਨੇ ਹੀ ਉਸ ਜਗ੍ਹਾ ਤੇ ਗਏ ਜਿੱਥੇ ਉਸ ਲੱਕੜਹਾਰੇ ਨੇ ਉਸ ਖੋਪੜੀ ਨੂੰ ਦੇਖਿਆ ਸੀ। ਜਦੋਂ ਉਹ ਉੱਥੇ ਪਹੁੰਚੇ ਤਾਂ ਦੇਖਦੇ ਹਨ ਕਿ ਖੋਪੜੀ ਉੱਥੇ ਹੀ ਮੌਜੂਦ ਆ।
ਉੱਥੇ ਪਹੁੰਚ ਕੇ ਲੱਕੜਹਾਰਾ ਡਰਦਾ ਡਰਦਾ ਉਸ ਖੋਪੜੀ ਦੇ ਕੋਲ ਗਿਆ ਤੇ ਉਹਨੂੰ ਜਾ ਕੇ ਬੋਲਣ ਲਈ ਕਿਹਾ, ਪਰ ਉਸ ਖੋਪੜੀ ਦੇ ਵਿੱਚੋਂ ਕੋਈ ਆਵਾਜ਼ ਨਹੀਂ ਆਈ। ਸਿਪਾਹੀ ਵੀ ਇਹ ਕੋਲ ਖੜੇ ਸਭ ਕੁਝ ਦੇਖ ਰਹੇ ਆ, ਪਰ ਖੋਪੜੀ ਦੇ ਵਿੱਚੋਂ ਕੋਈ ਆਵਾਜ਼ ਨਹੀਂ ਆਈ। ਸਵੇਰ ਤੋਂ ਸ਼ਾਮ ਹੋ ਗਈ। ਉਹ ਲੱਕੜਹਾਰਾ ਖੋਪੜੀ ਦੀਆਂ ਮਿਹਨਤਾਂ ਕਰਦਾ ਰਿਹਾ, ਪਰ ਖੋਪੜੀ ਵਿੱਚੋਂ ਕੋਈ ਆਵਾਜ਼ ਨਹੀਂ ਆਈ। ਫਿਰ ਦੋਏ ਸਿਪਾਹੀ ਉਸ ਲੱਕੜਹਾਰੇ ਨੂੰ ਨਾਲ ਲੈ ਕੇ ਦੁਬਾਰਾ ਬਾਦਸ਼ਾਹ ਦੇ ਕੋਲ ਆ ਗਏ ਤੇ ਅੱਗੇ ਸਾਰੀ ਗੱਲਬਾਤ ਦੱਸੀ ਕਿ ਕਿੱਦਾਂ ਸਾਨੂੰ ਖੋਪੜੀ ਮਿਲੀ, ਪਰ ਲੱਕੜਹਾਰੇ ਨੇ ਬਹੁਤ ਮਿਹਨਤਾਂ ਕੀਤੀਆਂ, ਪਰ ਉਸ ਖੋਪੜੀ ਵਿੱਚੋਂ ਕੋਈ ਆਵਾਜ਼ ਨਹੀਂ ਆਈ। ਉਹ ਖੋਪੜੀ ਨਹੀਂ ਬੋਲ ਸਕਦੀ। ਸਿਪਾਹੀਆਂ ਨੇ ਦੱਸਿਆ ਕਿ ਇਹ ਆਦਮੀ ਝੂਠ ਬੋਲ ਰਿਹਾ ਹੈ। ਇਹ ਸੁਣ ਕੇ ਰਾਜਾ ਤੈਸ਼ ਵਿੱਚ ਆ ਗਿਆ ਅਤੇ ਉਹਨੂੰ ਸਜ਼ਾ ਦੇਣ ਲੱਗਾ ਸੀ, ਪਰ ਉਹ ਆਦਮੀ ਹੱਥ ਜੋੜ ਕੇ ਖੜ ਗਿਆ ਕਿ ਉਹਨੂੰ ਇੱਕ ਮੌਕਾ ਹੋਰ ਦਿੱਤਾ ਜਾਵੇ ਤੇ ਉਹ ਦਿਖਾਵੇਗਾ ਕਿ ਖੋਪੜੀ ਗੱਲਾਂ ਕਰ ਸਕਦੀ ਆ। ਉਸ ਲੱਕੜਹਾਰੇ ਨੇ ਕਿਹਾ ਕਿ ਇਸ ਵਾਰ ਤੁਸੀਂ ਇਹਨਾਂ ਸਿਪਾਹੀਆਂ ਨੂੰ ਹੁਕਮ ਕਰੋ ਕਿ ਉਹ ਖੋਪੜੀ ਤੋਂ ਥੋੜਾ ਜਿਹਾ ਦੂਰ ਖੜੇ ਰਹਿਣ, ਕਿਉਂਕਿ ਇਹਨਾਂ ਦੀ ਮੌਜੂਦਗੀ ਕਰਕੇ ਹੀ ਉਹ ਖੋਪੜੀ ਨੇ ਮੇਰੇ ਨਾਲ ਗੱਲ ਨਹੀਂ ਕੀਤੀ। ਜੇ ਇਹ ਥੋੜੇ ਜਿਹੇ ਫਾਸਲੇ ਤੇ ਖੜਨਗੇ ਤਾਂ ਉਹ ਖੋਪੜੀ ਮੇਰੇ ਨਾਲ ਜ਼ਰੂਰ ਗੱਲ ਕਰੇਗੀ। ਰਾਜੇ ਨੇ ਉਸ ਲੱਕੜਹਾਰੇ ਦੀ ਗੱਲ ਮੰਨ ਲਈ ਤੇ ਸਿਪਾਹੀਆਂ ਨੂੰ ਵੀ ਹੁਕਮ ਦਿੱਤਾ ਕਿ ਜੇਕਰ ਇਸ ਵਾਰ ਖੋਪੜੀ ਨਾ ਬੋਲੀ ਤਾਂ ਉੱਥੇ ਹੀ ਇਹਦੇ ਸਿਰ ਨੂੰ ਕਲਮ ਕਰ ਦਿਓ, ਇਹਨੂੰ ਮੌਤ ਦੇ ਘਾਟ ਉਤਾਰ ਦਿਓ। ਤੇ ਇਸ ਗੱਲ ਤੋਂ ਪਹਿਲਾਂ ਤੁਸੀਂ ਥੋੜਾ ਜਿਹਾ ਫਾਸਲੇ ਦੇ ਨਾਲ ਖੜੇ ਹੋ ਤਾਂ ਜੋ ਇਹ ਇਕੱਲਾ ਹੀ ਖੋਪੜੀ ਕੋਲ ਜਾਵੇ ਤੇ ਖੋਪੜੀ ਦੇ ਨਾਲ ਗੱਲਬਾਤ ਕਰੇ। ਰਾਜੇ ਦਾ ਹੁਕਮ ਲੈ ਕੇ ਦੋਏ ਸਿਪਾਹੀ ਤੇ ਉਹ ਲੱਕੜਹਾਰਾ ਦੁਬਾਰਾ ਉਸ ਖੋਪੜੀ ਦੇ ਕੋਲ ਆਏ। ਇਸ ਵਾਰ ਉਹ ਸਿਪਾਹੀ ਥੋੜਾ ਜਿਹਾ ਫਾਸਲੇ ਦੇ ਨਾਲ ਪਿੱਛੇ ਖੜ ਗਏ ਤੇ ਉਹ ਲੱਕੜਹਾਰਾ ਡਰਦਾ ਡਰਦਾ ਉਸ ਖੋਪੜੀ ਦੇ ਕੋਲ ਗਿਆ ਤੇ ਜਾ ਕੇ ਦੁਬਾਰਾ ਉਹਨੂੰ ਉਹਦੇ ਨਾਲ ਗੱਲ ਕਰਨੇ ਨੂੰ ਕਹਿਣ ਲੱਗਾ। ਲੱਕੜਹਾਰੇ ਨੇ ਖੋਪੜੀ ਦੀਆਂ ਮਿਹਨਤਾਂ ਕੀਤੀਆਂ, ਪਰ ਉਸ ਖੋਪੜੀ ਦੇ ਵਿੱਚੋਂ ਕੋਈ ਆਵਾਜ਼ ਨਹੀਂ ਆਈ। ਫਿਰ ਸਵੇਰ ਤੋਂ ਸ਼ਾਮ ਹੋ ਗਈ, ਪਰ ਉਸ ਖੋਪੜੀ ਦੇ ਵਿੱਚੋਂ ਕੋਈ ਆਵਾਜ਼ ਨਹੀਂ ਆਈ। ਹੁਣ ਸਿਪਾਹੀਆਂ ਨੂੰ ਵੀ ਯਕੀਨ ਹੋ ਗਿਆ ਕਿ ਇਹ ਆਦਮੀ ਝੂਠ ਬੋਲ ਰਿਹਾ ਹੈ, ਇਹ ਰਾਜੇ ਨੂੰ ਧੋਖਾ ਦੇ ਰਿਹਾ ਹੈ। ਸਿਪਾਹੀ ਅੱਗੇ ਵਧੇ। ਸਿਪਾਹੀਆਂ ਨੇ ਉਸ ਲੱਕੜਹਾਰੇ ਨੂੰ ਫੜਿਆ, ਉਹਦੀ ਧੌਣ ਉਹਦੇ ਧੜ ਤੋਂ ਅਲੱਗ ਕਰਕੇ ਉੱਥੇ ਹੀ ਸਿੱਟ ਕੇ ਉਹ ਵਾਪਸ ਰਾਜੇ ਦੇ ਕੋਲ ਆ ਗਏ। ਜਦੋਂ ਸਿਪਾਹੀ ਉੱਥੋਂ ਚਲੇ ਗਏ ਤਾਂ ਪਹਿਲੇ ਵਾਲੀ ਖੋਪੜੀ ਦੇ ਵਿੱਚੋਂ ਆਵਾਜ਼ ਆਈ ਕਿ ਮੈਂ ਵੀ ਆਪਣੀ ਜ਼ੁਬਾਨ ਦੇ ਸਦਕੇ ਹੀ ਇੱਥੇ ਪਈ ਆ। ਮੈਂ ਬੇਵਕਤ ਬੋਲਦੀ ਰਹੀ, ਝੂਠ ਬੋਲਦੀ ਰਹੀ, ਗੱਲਾਂ ਨੂੰ ਵਧਾ ਚੜਾ ਕੇ ਕਹਿੰਦੀ ਰਹੀ, ਜਿਹਦੇ ਬਦਲੇ ਮੇਰਾ ਇਹ ਹਾਲ ਹੋਇਆ ਤੇ ਮੈਂ ਅੱਜ ਜੰਗਲਾਂ ਦੇ ਵਿੱਚ ਪਈ ਆ। ਪੀਰਾਂ ਦੀ ਪਿਆਰੀ ਸਾਧ ਸੰਗਤ ਜੀ, ਇਸ ਕਹਾਣੀ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਆ ਕਿ ਕਈ ਵਾਰੀ ਇਨਸਾਨ ਦੀ ਬੋਲ ਬਾਣੀ, ਉਹਦੀ ਜ਼ੁਬਾਨ ਹੀ ਉਹਨੂੰ ਐਡੀ ਵੱਡੀ ਮੁਸੀਬਤ ਦੇ ਵਿੱਚ ਪਾ ਦਿੰਦੀ ਆ ਕਿ ਸਾਡੀ ਜਾਨ ਤੇ ਵੀ ਬਣ ਸਕਦੀ ਆ। ਇੱਕ ਇਨਸਾਨ ਦੀ ਬੋਲ ਬਾਣੀ, ਜ਼ੁਬਾਨ ਹੀ ਉਹਦੇ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਪਵਾਉਂਦੀ ਆ ਤੇ ਜ਼ੁਬਾਨ ਹੀ ਸਾਡੇ ਗਲਾਂ ਦੇ ਵਿੱਚ ਛਿੱਤਰਾਂ ਦੇ ਹਾਰ ਵੀ ਪਵਾ ਸਕਦੀ ਆ। ਇਸ ਕਰਕੇ ਬੋਲਣ ਤੋਂ ਪਹਿਲਾਂ ਸਾਨੂੰ ਸੋਚ ਸਮਝ ਲੈਣਾ ਚਾਹੀਦਾ ਹੈ। ਝੂਠ ਤੋਂ ਸਾਨੂੰ ਹਮੇਸ਼ਾ ਹੀ ਦੂਰ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਆਉਣ ਵਾਲੀਆਂ ਮੁਸੀਬਤਾਂ ਤੋਂ ਬਚ ਸਕੀਏ। ਸਾਨੂੰ ਕਦੇ ਵੀ ਬਿਨਾਂ ਮੰਗੇ ਕੋਈ ਸਲਾਹ ਨਹੀਂ ਦੇਣੀ ਚਾਹੀਦੀ, ਦੂਸਰਿਆਂ ਦੇ ਕੰਮਾਂ ਦੇ ਵਿੱਚ ਲੱਤ ਨਹੀਂ ਹਿੜਾਣੀ ਚਾਹੀਦੀ, ਕਦੇ ਝੂਠ ਨਹੀਂ ਬੋਲਣਾ ਚਾਹੀਦਾ ਤੇ ਆਪਣੀ ਜ਼ੁਬਾਨ ਦਾ ਸੋਚ ਸਮਝ ਕੇ ਇਸਤੇਮਾਲ ਕਰਨਾ ਚਾਹੀਦਾ ਹੈ। ਤਾਂ ਹੀ ਅਸੀਂ ਆਉਣ ਵਾਲੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਤੇ ਅਸੀਂ ਸਦਾ ਹੀ ਖੁਸ਼ ਰਹਿ ਸਕਦੇ ਹਾਂ। ਸੋ ਪੀਰਾਂ ਦੀ ਪਿਆਰੀ ਸਾਧ ਸੰਗਤ ਜੀ, ਇਹ ਕਹਾਣੀ ਦੇ ਵਿੱਚ ਬਹੁਤ ਵੱਡੀ ਸਿੱਖਿਆ ਹੈ। ਇਸ ਗੱਲ ਤੇ ਗੌਰ ਜ਼ਰੂਰ ਕਰਿਓ ਅਤੇ ਪੀਰਾਂ ਫਕੀਰਾਂ ਦੀਆਂ ਅਤੇ ਹੋਰ ਮੋਟੀਵੇਸ਼ਨਲ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਇਸ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਿਓ। ਪੀਰ ਬਾਦਸ਼ਾਹ ਤੁਹਾਡੀਆਂ ਸਾਰਿਆਂ ਦੀਆਂ ਆਸਾਂ ਮੁਰਾਦਾਂ ਜ਼ਰੂਰ ਪੂਰੀਆਂ ਕਰਨਗੇ।